15th ਪ੍ਰੋਬੇਬਿਲਿਟੀ ਮੈਥਮੈਟਿਕਸ ਦਾ। ਦੇ ਵਿੱਚ ਜੋ ਕੁਝ ਬੇਸਿਕ ਟਰਮਸ ਯੂਜ਼ ਹੁੰਦੀ ਆ ਆਪਾਂ ਪਹਿਲਾਂ ਉਹ ਦੇਖ ਲਈਏ। ਇੱਕ ਤਾਂ ਜਿਹੜੀ ਟੋਟਲ ਪ੍ਰੋਬੇਬਿਲਿਟੀ ਹੈ ਉਹ ਹਮੇਸ਼ਾ 1 ਹੋਣੀ ਚਾਹੀਦੀ ਹੈ। ਮਤਲਬ ਜੇ ਆਪਾਂ ਕਹੀਏ ਇੱਕ ਚੀਜ਼ ਦੀ ਪ੍ਰੋਬੇਬਿਲਿਟੀ ਨਾ ਹੋਣ ਦੀ 1/2 ਹੈ, ਕਿਸੇ ਪ੍ਰੋਬੇਬਿਲਿਟੀ ਕਿਸੇ ਚੀਜ਼ ਦੀ ਨਾ ਹੋਣ ਦੀ 1/2 ਹੈ ਤਾਂ ਉਹਦੀ ਹੋਣ ਦੀ ਵੀ 1/2 ਹੋਊਗੀ, ਕਿਉਂਕਿ ਟੋਟਲ ਸਾਡਾ ਕਿੰਨਾ ਬਣਨਾ ਚਾਹੀਦਾ 1। ਜੇ ਕਿਸੇ ਚੀਜ਼ ਦੀ ਨਾ ਹੋਣ ਦੀ ਪ੍ਰੋਬੇਬਿਲਿਟੀ ਜੇ ਆਪਾਂ ਕਹੀਏ 0.1 ਹੈ, ਪੁਆਇੰਟ 'ਚ ਵੀ ਹੋ ਸਕਦੀ ਹੈ, 0.3 ਹੈ, ਤਾਂ ਇਹਨਾਂ ਨੂੰ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਊਗੀ 0.7, ਕਿਉਂਕਿ ਟੋਟਲ 1 ਬਣੂਗਾ। ਕਦੀ ਕਦੀ ਇਹ ਪਰਸੈਂਟੇਜ 'ਚ ਵੀ ਹੁੰਦਾ, ਜੇ ਨਾ ਹੋਣ ਦੀ 30% ਹੈ, ਦਿਸ ਮੀਨਸ ਹੋਣ ਦੀ ਕਿੰਨੀ ਹੋਊਗੀ 70%। ਜੋ ਟੋਟਲ ਹੈ ਉਹ ਹਮੇਸ਼ਾ ਸਾਡਾ 1 ਬਣਨਾ ਜ਼ਰੂਰੀ ਹੈ। ਹੁਣ ਫਸਟ ਕੁਐਸਚਨ ਹੈ ਜਿਹੜਾ ਆਪਣਾ, ਜੇ ਆਪਾਂ ਦੇਖੀਏ ਵੀ ਕਿਸੇ ਚੀਜ਼ ਦੀ ਹੋਣ ਦੀ ਪ੍ਰੋਬੇਬਿਲਿਟੀ 0.05 ਹੈ ਤਾਂ ਉਸਦੀ ਨਾ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਊਗੀ। ਕੁਛ ਆਈਡੀਆ ਤੁਹਾਡਾ ਸੋਚ ਕੇ ਰੱਖੋ, ਕਮੈਂਟ ਦੇ ਵਿੱਚ ਤੁਸੀਂ ਨਾਲ ਨਾਲ ਲਿਖ ਵੀ ਸਕਦੇ ਆ। ਉਸ ਦੀ ਨਾ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਊਗੀ 0.95, ਕਿਉਂਕਿ 0.95 ਪਲੱਸ 0.05 ਸਾਡਾ ਕੀ ਬਣ ਜਾਂਦਾ ਹੈ 1 ਬਣ ਜਾਂਦਾ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਟੋਟਲ ਪ੍ਰੋਬੇਬਿਲਿਟੀ ਕਿੰਨੀ 1 ਹੋਣੀ ਚਾਹੀਦੀ ਹੈ। ਨੈਕਸਟ ਕੁਐਸਚਨ, ਗੋਪੀ ਬਾਇਜ਼ a fish from a shop for his aquarium. The shopkeeper take out 1 fish at random from a tank containing 5 male fish and 3 female fish. What is the probability that the fish taken out is a male fish? ਹੁਣ ਉਹਨੇ ਗੋਪੀ ਨੇ ਮੱਛੀ ਲੈਣ ਗਿਆ, ਜਿਹੜਾ ਸ਼ੌਪਕੀਪਰ ਸੀ ਉਸਨੇ ਇੱਕ ਮੱਛੀ ਕੱਢ ਲਈ ਆਪਣੇ ਉਹਦੇ ਵਿੱਚੋਂ, ਜਿਹੜਾ ਉਹਦਾ ਟੈਂਕ ਸੀ ਉਹਦੇ ਵਿੱਚ 5 ਜਿਹੜੇ ਮੇਲ ਫਿਸ਼ ਹੈ ਤੇ 8 ਫੀਮੇਲ ਫਿਸ਼ ਹੈ। ਤਾਂ ਟੋਟਲ ਪ੍ਰੋਬੇਬਿਲਿਟੀ ਕਿੰਨੀ ਹੋਣੀ ਚਾਹੀਦੀ ਹੈ ਜੇ ਉਹਦੀ ਕਿਹਦੀ ਮੇਲ ਫਿਸ਼ ਦੀ, ਵੀ ਜਿਹੜੀ ਉਹਨੇ ਕੱਢੀ ਹੈ ਮੇਲ ਫਿਸ਼ ਦੀ ਪ੍ਰੋਬੇਬਿਲਿਟੀ ਕਿੰਨੀ ਹੋਊਗੀ। ਮੇਲ ਫਿਸ਼ ਦੀ ਪ੍ਰੋਬੇਬਿਲਿਟੀ ਹਾਂਜੀ ਕਿੰਨੀ ਹੋਊਗੀ 5/13। ਕਿਉਂ? ਕਿਉਂਕਿ ਜਿਹੜੀ ਸਾਡੀ ਮੇਲ 5 ਹੈ ਫੀਮੇਲ 8 ਹੈ, ਟੋਟਲ ਕਿੰਨੇ ਹੋ ਗਏ 13, ਤਾਂ ਪ੍ਰੋਬੇਬਿਲਿਟੀ ਕਿੰਨੀ ਹੋਗੀ 5/13। ਇਹ ਜ਼ਰੂਰ ਯਾਦ ਰੱਖਿਓ 5/8 ਨਹੀਂ ਹੋਈ, ਪਹਿਲਾਂ ਆਪਾਂ ਟੋਟਲ ਕਰਾਂਗੇ ਵੀ ਟੋਟਲ ਦੇ ਵਿੱਚੋਂ ਪ੍ਰੋਬੇਬਿਲਿਟੀ ਨਿਕਲਦੀ ਹੈ ਹਮੇਸ਼ਾ। ਕੁਝ ਕੁਐਸਚਨ ਹੈ ਜਿਹੜਾ ਤੁਹਾਡਾ ਵੀ ਕਹਿੰਦੇ ਸਟੂਡੈਂਟ ਆਰਗੂ ਕਰ ਰਹੇ ਹੈ ਜੋ ਉਸਦੇ ਅਕੋਰਡਿੰਗ ਵੀ ਆਪਾਂ 2 ਡਾਈਸ ਹੈ, 2 ਆਪਾਂ ਡਾਈਸ ਸਿੱਟੇ, ਇੱਕ ਦੇ 4 ਲਿਖਿਆ ਆ ਗਿਆ, ਇੱਕ ਦੇ 3 ਸਪੋਜ਼। ਕਹਿੰਦੇ ਜਿਵੇਂ ਟੋਟਲ ਕਿੰਨਾ ਹੋ ਸਕਦਾ ਦੋਨਾਂ ਦਾ, ਜਿਵੇਂ 4 ਤੇ 3 ਇਹਦਾ ਕਿੰਨਾ ਹੋ ਗਿਆ 7, ਜੇ ਦੋਨਾਂ ਤੇ 1 ਆ ਗਿਆ ਤਾਂ ਉਹਦਾ ਕਿੰਨਾ ਹੋ ਗਿਆ ਟੋਟਲ, ਉਹਦਾ ਟੋਟਲ ਹੋ ਗਿਆ 2। ਕਹਿੰਦਾ ਜਾਂ ਤਾਂ 2 ਟੋਟਲ ਹੋ ਸਕਦਾ, 3 ਹੋ ਸਕਦਾ, 4 5 6 7 8 9 10 12 ਵੀ ਹੋ ਸਕਦਾ ਕਿਉਂਕਿ 6 ਹੋਵੇ। ਸਟੂਡੈਂਟ ਕਹਿੰਦੇ ਵੀ ਇਹ ਪ੍ਰੋਬੇਬਿਲਿਟੀ 4 ਆਉਣ ਦੀ 1/11 ਹੋਊਗੀ, ਕਿਉਂਕਿ ਟੋਟਲ 11 ਅੱਖਰ ਬਣਦੇ ਆ ਨਾ, 1 2 3 4 5 6 7 8 9 10 11, ਤੇ 10 ਆਉਣ ਦੀ ਵੀ 9 ਆਉਣ ਦੀ ਵੀ 1/11 ਹੋਊਗੀ। ਠੀਕ ਹੈ, ਵੀ ਇਹ ਦੱਸਣਾ ਵੀ ਕੀ ਉਹਦੀ 1/11 ਹੋਊਗੀ, ਨਹੀਂ ਇਹਦੀ 1/11 ਨਹੀਂ ਹੋਊਗੀ ਪ੍ਰੋਬੇਬਿਲਿਟੀ। ਕਿਉਂ? ਕਿਉਂਕਿ ਜਿਹੜਾ ਜ਼ਰੂਰੀ ਨਹੀਂ ਹੈ, ਜਿਵੇਂ ਹੁਣ ਜੇ ਆਪਾਂ ਗੱਲ ਕਰੀਏ ਜਿਹੜਾ 2 ਹੈ, ਜੇ ਆਪਾਂ 2 ਕਹੀਏ, 2 ਕੇਵਲ ਜਿਹੜਾ ਆਪਣਾ ਨੰਬਰ ਹੈ ਉਹ ਕੇਵਲ ਇੱਕੋ ਹੀ ਕੰਬੀਨੇਸ਼ਨ ਬਣਦਾ 1 ਤੇ 1, ਇਹਦੇ ਨਾਲ 2 ਆਉਂਦਾ। ਪਰ ਜੇ 5 ਦੀ ਗੱਲ ਕਰੀਏ ਤਾਂ ਇਹ ਵੀ ਹੋ ਸਕਦਾ 1 ਤੇ 2 ਆਵੇ, 1 ਤੇ 3 ਆਵੇ। ਠੀਕ ਹੈ ਨਾ, ਫਿਰ ਦੂਸਰੇ ਤੇ 3 ਆ ਜੇ, ਇਹ ਤੇ 2 ਆ ਜੇ, ਫਿਰ 1 ਤੇ 4 1 ਆ ਜੇ, 1 ਤੇ 4 ਆ ਜੇ, 1 ਤੇ 4 ਆ ਜੇ, 1 ਤੇ 1 ਆ ਜੇ। ਇਹਦਾ ਮਤਲਬ ਜ਼ਰੂਰ ਇਹਦੇ ਹੁਣ 4 ਕੰਬੀਨੇਸ਼ਨ ਬਣ ਗਏ ਕਿਹਦੇ ਲਈ 5 ਆਉਣ ਦੇ। ਇਹਦਾ ਮਤਲਬ ਹਰੇਕ ਆਉਣ ਦੀ ਪ੍ਰੋਬੇਬਿਲਿਟੀ ਬਰਾਬਰ ਨਹੀਂ ਹੋਊਗੀ। ਜੇ ਆਪਾਂ ਕਹੀਏ ਸਮ ਆਫ 2 ਵੀ 2 ਆਉਣ ਦੀ ਪ੍ਰੋਬੇਬਿਲਿਟੀ, ਦੋਨਾਂ ਦਾ ਜੋੜ 2 ਹੋਵੇ ਤੇ ਦੋਨਾਂ ਦਾ ਜੋੜ 5 ਹੋਵੇ, ਕੀ ਇਹਦੀ ਪ੍ਰੋਬੇਬਿਲਿਟੀ ਸੇਮ ਹੈ? ਨਹੀਂ ਸੇਮ ਹੈ, ਕਿਉਂਕਿ 2 ਆਉਣ ਦੇ ਵਿੱਚ ਇਕੱਲਾ ਇੱਕੋ ਹੀ ਕੰਬੀਨੇਸ਼ਨ ਹੈ ਵੀ ਦੋਨਾਂ 'ਚ 1 1 ਚਾਹੀਦਾ, ਜਦਕਿ 5 ਜਿਹੜਾ ਹੈ ਉਹ 4 ਤਰੀਕਿਆਂ ਨਾਲ ਆ ਸਕਦਾ ਹੈ। ਠੀਕ ਹੈ ਨਾ, ਹੁਣ ਇਹ ਚੀਜ਼ ਹੈ 2 ਆਉਣ ਦੀ ਪ੍ਰੋਬੇਬਿਲਿਟੀ 1/36 ਹੈ ਕਿਉਂਕਿ ਟੋਟਲ 36 ਬਣਨਗੇ, ਤੇ 5 ਆਉਣ ਦੀ ਕਿੰਨੀ ਹੈ 4/36, ਜਿਵੇਂ ਆਪਾਂ ਇੰਜ ਫਾਈਂਡ ਕੀਤੀ। ਸਿਮਿਲਰਲੀ 6 ਦੀ ਕੀ ਹੋ ਜੂਗੀ 5/36, ਐਵੇਂ ਹਰੇਕ ਦੀ ਪ੍ਰੋਬੇਬਿਲਿਟੀ ਇਸ ਦੇ ਅਕੋਰਡਿੰਗ ਹੋਊਗੀ। ਠੀਕ ਹੈ ਨਾ, ਮਤਲਬ ਹੁਣ 1/11 ਨਹੀਂ ਹੋਊਗੀ ਸਾਰਿਆਂ ਦੀ ਪ੍ਰੋਬੇਬਿਲਿਟੀ। If a dice is thrown, there are 2 possible outcomes. ਜਦੋਂ ਆਪਾਂ ਡਾਈ ਸਿੱਟਿਆ ਉਹਦੀ 2 possible outcome ਹੈ, ਇੱਕ ਉਹਦੇ 'ਚ odd number ਆ ਜੇ, ਇੱਕ even number ਆ ਜੇ। Therefore the probability of getting a odd number is 1/2, ਕੀ ਉਹਦੀ 1/2 ਹੁੰਦੀ ਹੈ ਜੇ ਆਪਾਂ ਕਿਹਦੀ ਆਵੇ, ਬਿਲਕੁਲ 1/2 ਹੋਊਗੀ, ਕਿਉਂਕਿ ਕਿੰਨੇ ਆ 1 2 3 4 5 6 odd number ਕਿਹੜੇ ਹੁੰਦੇ ਆ 1 3 5
ਈਵਨ ਕਿਹੜੇ ਆ 2 4 6 ਇਹ ਵੀ 3 ਹੈ, ਇਹ ਵੀ 3 ਹੈ। ਇਹਦਾ ਮਤਲਬ ਔਡ ਨੰਬਰ ਆਉਣ ਦੀ ਕਿੰਨੀ ਹੋਗੀ 3/6, ਤਾਂ ਇਹਨੂੰ ਆਪਾਂ ਕੀ ਕਵਾਂਗੇ 1/2। ਦੋ ਕੋਇਨਸ ਆਪਾਂ ਟੌਸ ਕੀਤੇ ਇਕੱਠੇ, ਠੀਕ ਹੈ। ਕਹਿੰਦੇ ਵੀ ਉਹਦੀ 3 ਪੋਸੀਬਿਲਿਟੀ ਬਣਦੀ ਹੈ, ਜਾਂ ਤਾਂ 2 ਹੈਡ ਆ ਜਾਣ, ਜਾਂ 2 ਟੇਲ ਆ ਜਾਣ, ਜਾਂ ਇੱਕ ਤੇ ਹੈਡ ਆ ਜੇ ਇੱਕ ਤੇ ਟੇਲ ਆ ਜੇ। ਕਹਿੰਦਾ ਇਹਦਾ ਮਤਲਬ ਕਿ ਇਹਨਾਂ ਦੀ ਜਿਹੜੀ ਪ੍ਰੋਬੇਬਿਲਿਟੀ ਉਹ 1/3 ਹੋਊਗੀ ਹਰੇਕ ਦੀ। ਮਤਲਬ ਜੇ ਆਪਾਂ ਕਹੀਏ ਦੋਨਾਂ ਤੇ ਹੈਡ ਆ ਗਏ, ਨਹੀਂ, ਕਿਉਂ ਨਹੀਂ ਹੋਊਗੀ? ਜੇ ਆਪਾਂ ਕਹੀਏ 1/3 ਕਿਉਂ ਨਹੀਂ ਹੋਊਗੀ? ਕਿਉਂਕਿ ਇੱਕ ਤਾਂ ਹੋ ਸਕਦਾ 2 ਹੈਡ ਆਣ, ਇੱਕ 2 ਟੇਲ ਆਣ, ਇੱਕ ਹੈਡ ਤੇ ਟੇਲ ਐਵੇਂ ਵੀ ਆ ਸਕਦਾ, ਇੱਕ ਟੇਲ ਤੇ ਹੈਡ ਵੀ ਆ ਸਕਦਾ। ਤਾਂ ਇਹਦੀ ਪ੍ਰੋਬੇਬਿਲਿਟੀ ਕੀ ਬਣਦੀ ਹੈ 1/4 ਬਣੂਗੀ ਹਰੇਕ ਚੀਜ਼ ਦੀ। ਜੇ ਆਪਾਂ ਕਹੀਏ 2 ਹੈਡ ਆਉਣ ਦੀ ਪ੍ਰੋਬੇਬਿਲਿਟੀ ਕੀ ਹੈ 1/4 ਹੋਊਗੀ, ਤੇ 2 ਟੇਲ ਆਉਣ ਦੀ ਕਿੰਨੀ ਹੋਊਗੀ 1/4। ਇੱਕ ਤੇ ਹੈਡ ਇੱਕ ਤੇ ਟੇਲ ਆਉਣ ਦੀ ਕਿੰਨੀ ਹੋਊਗੀ 2/4, ਕਿਉਂਕਿ 2 ਪੁਆਇੰਟ ਤੇ ਇਹ ਹੈ। ਜੇ ਇਵੈਂਟ ਅਕਰ ਨਹੀਂ ਹੋਣਾ, ਮਤਲਬ ਕੋਈ ਕਿਸੇ ਚੀਜ਼ ਹੋਣ ਦੀ ਪ੍ਰੋਬੇਬਿਲਿਟੀ ਹੈ ਹੀ ਨਹੀਂ, ਤਾਂ ਉਹਦੀ ਵੈਲਿਊ ਕਿੰਨੀ ਹੋਊਗੀ ਆਪਣੀ, ਕਿੰਨੀ ਹੋਣੀ ਚਾਹੀਦੀ ਹੈ? ਜੇ ਇਵੈਂਟ ਨਹੀਂ ਹੋਣਾ ਤਾਂ ਉਹਦੀ ਵੈਲਿਊ ਹੋਣੀ ਚਾਹੀਦੀ ਹੈ 0, ਮਤਲਬ ਉਹ ਹੋਊਗਾ ਹੀ ਨਹੀਂ। The probability that a number selected at random from 1 to 15 is multiple of 4, ਕਿੰਨੀ ਹੋਊਗੀ ਇਸ ਦੀ? ਮਲਟੀਪਲ ਆਫ 4, 1 ਤੋਂ ਲੈ ਕੇ 15 ਤੱਕ ਆਪਾਂ ਇੱਕ ਨੰਬਰ ਪਿਕ ਕੀਤਾ ਹੈ, ਉਹਦੀ ਪ੍ਰੋਬੇਬਿਲਿਟੀ ਮਲਟੀਪਲ ਆਫ 4 ਹੋਣ ਦੀ ਕਿੰਨੀ ਹੋਊਗੀ 1/5। ਕਿਵੇਂ ਹੋਊਗੀ? ਟੋਟਲ ਨੰਬਰ ਕਿੰਨੇ ਹੈ 15, 4 ਤੇ ਡਿਵੀਜ਼ੀਬਲ ਕਿੰਨੇ ਹੁੰਦੇ ਆ 4 ਹੁੰਦਾ, 8 ਹੁੰਦਾ, 12 ਹੁੰਦਾ, ਯਾਨੀ ਕਿ 3/15, ਜਿਹਨੂੰ ਆਪਾਂ ਜੇ ਆਪਾਂ ਡਿਵਾਈਡ ਕਰੀਏ ਤਾਂ ਕਿੰਨੀ ਬਣੀ 1/5। Which of the following cannot be probability of an event? ਕਿਹੜੀ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ? ਆਈ ਥਿੰਕ ਇਹ ਗੈਸ ਹੋ ਗਿਆ ਹੋਣਾ ਤੁਹਾਡੇ ਤੋਂ 2/1, ਕਿਉਂਕਿ ਕਦੀ ਵੀ ਪ੍ਰੋਬੇਬਿਲਿਟੀ ਮੋਰ ਦੈਨ 1 ਨਹੀਂ ਹੋ ਸਕਦੀ। ਤੇ ਇਸ 'ਚ ਕੀ ਹੈ 2/1 ਕਿੰਨਾ ਹੋ ਗਿਆ, 1 ਤੋਂ ਜ਼ਿਆਦਾ ਹੋ ਗਿਆ। If the probability of an event P is event P, then the probability of complement ਇੱਕ ਹੋਣ ਦੀ probability P ਹੈ, ਤਾਂ ਨਾ ਹੋਣ ਦੀ ਕਿੰਨੀ ਹੋਊਗੀ? ਨਾ ਹੋਣ ਦੀ ਹੋਊਗੀ 1/P, ਕਿਉਂਕਿ ਟੋਟਲ ਕਿੰਨੀ ਹੁੰਦੀ ਹੈ 1 ਹੁੰਦੀ ਹੈ। ਹੋਣ ਦੀ ਜੇ 1 ਹੈ ਤਾਂ ਨਾ ਹੋਣ ਦੀ ਕਿੰਨੀ ਹੋਊਗੀ 1/P। 2 ਕੋਇਨ ਆਪਾਂ ਇਕੱਠੇ ਟੌਸ ਕੀਤੇ, ਉਹਨਾਂ 'ਚ ਹੈਡ ਆਉਣ ਦੀ ਪ੍ਰੋਬੇਬਿਲਿਟੀ ਕੀ ਹੈ ਵੀ ਦੋਨਾਂ 'ਚ ਹੈਡ ਆ ਜੇ? ਟੋਟਲ ਕੰਬੀਨੇਸ਼ਨ ਕਿੰਨੇ ਬਣਦੇ ਆ ਸਾਡੇ 4, ਜਿਵੇਂ ਪਹਿਲਾਂ ਹੀ ਗੱਲ ਕੀਤੀ ਸੀ ਹੈਡ ਹੈਡ, ਟੇਲ ਟੇਲ, ਹੈਡ ਟੇਲ, ਟੇਲ ਹੈਡ, ਤੇ ਦੋਨਾਂ 'ਚ ਹੈਡ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ 1/4। ਇਹਨਾਂ 'ਚੋਂ ਕਿਹੜੀ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ? ਸੇਮ ਜਿਵੇਂ ਆਪਾਂ ਪਿਛਲਾ ਕੁਐਸਚਨ ਕਰਕੇ ਆਏ ਆ ਵੈਸਾ ਹੀ ਕੁਐਸਚਨ ਹੈ, ਕਿਹੜੀ ਵੈਲਿਊ ਪ੍ਰੋਬੇਬਿਲਿਟੀ ਦੀ ਨਹੀਂ ਹੋ ਸਕਦੀ? ਇਹਨਾਂ 'ਚੋਂ ਕਿਹੜੀ ਵੈਲਿਊ ਨਹੀਂ ਹੋ ਸਕਦੀ 9/7, ਕਿਉਂਕਿ ਇਹ 1 ਤੋਂ ਵੱਧ ਜਾਂਦਾ ਆ। ਜਿਹੜੀ ਪ੍ਰੋਬੇਬਿਲਿਟੀ ਹੈ, probability expressed as a percentage of a particular occurrence can never be, ਕਿਹੜੀ ਚੀਜ਼ ਹੈ ਜਿਹੜੀ ਇਹਨਾਂ 'ਚੋਂ ਗਲਤ ਵੈਲਿਊ ਹੈ ਵੀ ਪ੍ਰੋਬੇਬਿਲਿਟੀ ਦੇ ਰਿਗਾਰਡਿੰਗ ਕਿਹੜੀ ਵੈਲਿਊ ਇਹਦੇ 'ਚ ਨਹੀਂ ਹੋ ਸਕਦੀ? 100 ਤੋਂ ਘੱਟ ਨਹੀਂ ਹੋ ਸਕਦੀ ਵੈਲਿਊ, 1 ਤੋਂ ਜ਼ਿਆਦਾ ਨਹੀਂ ਹੋ ਸਕਦੀ, 0 ਤੋਂ ਘੱਟ ਨਹੀਂ ਹੋ ਸਕਦੀ, ਜਾਂ 100 ਦੇ ਬਰਾਬਰ ਨਹੀਂ ਹੋ ਸਕਦੀ। ਇਹਦੇ 'ਚ ਕੀ ਹੈ 0 ਤੋਂ ਘੱਟ ਵੈਲਿਊ ਨਹੀਂ ਹੋ ਸਕਦੀ, ਕਿਉਂਕਿ ਕੋਈ ਵੀ ਚੀਜ਼ ਉਹ ਮਾਈਨਸ 'ਚ ਨਹੀਂ ਆ ਸਕਦੀ ਉਹਦੀ ਪ੍ਰੋਬੇਬਿਲਿਟੀ ਦੀ ਵੈਲਿਊ। ਜੇ ਕਾਰਡ ਹੈ ਆਪਣਾ ਤਾਸ਼ ਹੈ, ਠੀਕ ਹੈ, 52 ਪੱਤੇ ਹੁੰਦੇ ਆ, ਉਸ ਚੋਂ ਆਪਾਂ ਇੱਕ ਕਾਰਡ ਕੱਢਿਆ, ਠੀਕ ਹੈ, ਪ੍ਰੋਬੇਬਿਲਿਟੀ ਕਿਹਦੀ ਫਾਈਂਡ ਕਰਨੀ ਹੈ? ਰੈਡ ਫੇਸ ਕਾਰਡ। ਫੇਸ ਕਾਰਡ ਕਿੰਨੇ ਹੁੰਦੇ ਆ? ਹਾਂਜੀ, ਸਟਾਰਟਿੰਗ 'ਚ ਆਪਾਂ ਦੇਖੇ ਸੀ ਫੇਸ ਕਾਰਡ ਕਿੰਨੇ ਹੁੰਦੇ ਆ ਸਾਡੇ 12 ਟੋਟਲ, ਜੇ ਕਿਊ ਤੇ ਕੇ, ਜਿਨ੍ਹਾਂ ਚੋਂ 6 ਬਲੈਕ ਹੁੰਦੇ ਆ, 6 ਰੈੱਡ ਹੁੰਦੇ ਆ। ਆਪਾਂ ਇੱਕ ਕੱਢਣਾ ਰੈੱਡ ਵਾਲਾ, ਇਹਦਾ ਮਤਲਬ 6/52, ਜਿਹੜੀ ਕਿ ਆਪਾਂ ਜਦੋਂ ਆਪਾਂ 2 ਤੇ ਗਿਆ
ਤਾਂ ਆਪਣੀ ਕਿੰਨਾ ਆਨਸਰ ਆ ਗਿਆ 3/26। ਇੱਕ ਡਾਈਸ ਆਪਾਂ ਸਿੱਟਿਆ, ਔਡ ਨੰਬਰ ਦੀ ਪ੍ਰੋਬੇਬਿਲਿਟੀ ਜਿਹੜੀ ਲੈਸ ਦੈਨ 4 ਹੋਵੇ, ਗੈਟਿੰਗ ਔਡ ਨੰਬਰ ਲੈਸ ਦੈਨ 4। ਜਦੋਂ ਸਿੱਟਿਆ ਤਾਂ ਉਹਦੀ ਪ੍ਰੋਬੇਬਿਲਿਟੀ ਕਿੰਨੀ 1/2। ਕਿਵੇਂ? ਕਿਉਂਕਿ ਟੋਟਲ ਨੰਬਰ ਕਿੰਨੇ ਆ 1 3 5 1 3 5 ਹੈ ਨਾ, 1 2 3 4 5 6 ਇਹ ਟੋਟਲ ਡਾਈਸ ਦੇ ਹੋ ਗਏ। ਔਡ ਨੰਬਰ ਕਿਹੜੇ ਹੁੰਦੇ ਆ 1 3 5। ਆਪਾਂ ਲੈਸ ਦੈਨ 4 ਦੇਖਣੇ ਆ 1 ਤੇ 3, ਇਹਦਾ ਮਤਲਬ 2/6 ਇਜ਼ ਇਕਲ ਟੂ 1/3। ਇਹ ਗਲਤ ਮਾਰਕ ਲੱਗਿਆ ਹੋਇਆ, ਆਨਸਰ ਕੀ ਆਣਾ 1/3। ਠੀਕ ਹੈ ਨਾ। ਆਪਾਂ ਕਹਿੰਦਾ ਲੈਸ ਦੈਨ 4, ਔਡ ਨੰਬਰ ਲੈਸ ਦੈਨ 4। ਔਡ ਨੰਬਰ ਕਿਹੜੇ ਹੈ 1 ਤੇ 3 ਹੈ, ਜਿਹੜੇ 5 4 ਤੋਂ ਘੱਟ ਹੈ। ਹੁਣ 1 ਤੇ 3 4 ਤੋਂ ਘੱਟ ਹੈ, ਉਹ ਕਿੰਨੇ ਆ 2 ਹੈ, ਕਿੰਨਿਆਂ ਦੇ ਵਿੱਚੋਂ 6 ਦੇ ਵਿੱਚੋਂ, ਇਹਦਾ ਮਤਲਬ 1/3 ਹੋਊਗਾ। ਇਹ ਨਹੀਂ ਆਨਸਰ, ਇਹਦਾ ਆਨਸਰ ਕਿੰਨਾ 1/3। ਇੱਕ 1 ਤੋਂ ਲੈ ਕੇ 100 ਤੱਕ ਪ੍ਰਾਈਮ ਨੰਬਰ, ਆਪਾਂ ਇੱਕ ਨੰਬਰ ਪਿਕ ਕਰਨਾ ਹੈ। ਠੀਕ ਹੈ, ਇੱਕ ਨੰਬਰ ਪਿਕ ਕੀਤਾ 1 ਤੋਂ ਲੈ ਕੇ 100 ਤੱਕ। ਇਹ ਕੀ ਪ੍ਰੋਬੇਬਿਲਿਟੀ ਹੈ ਵੀ ਜਿਹੜਾ ਨੰਬਰ ਹੈ ਪ੍ਰਾਈਮ ਨੰਬਰ ਹੋਵੇ। ਪ੍ਰਾਈਮ ਨੰਬਰ ਕਿਹੜਾ ਹੁੰਦਾ ਜਿਹੜਾ ਕਿਸੇ ਤੇ ਡਿਵੀਜ਼ੀਬਲ ਨਹੀਂ ਹੁੰਦਾ, ਜਿਵੇਂ 7 ਹੋ ਗਿਆ, ਠੀਕ ਹੈ 11 ਹੋ ਗਿਆ, ਉਹ ਕਿਸੇ ਦੇ ਟੇਬਲ 'ਚ ਨਹੀਂ ਆਉਂਦਾ। ਇਹਦਾ ਆਨਸਰ ਕਿੰਨਾ 1/4। ਇਹ ਥੋੜੇ ਯਾਦ ਹੀ ਰੱਖ ਲੈਣਾ ਤੁਸੀਂ ਵੀ ਜਿਹੜਾ 1 ਤੋਂ 100 ਦੇ ਵਿੱਚ ਟੋਟਲ 25 ਪ੍ਰਾਈਮ ਨੰਬਰਸ ਹੁੰਦੇ ਆ। ਟੋਟਲ 25 ਪ੍ਰਾਈਮ ਨੰਬਰਸ ਹੁੰਦੇ ਆ। ਇਹ ਕੁਝ ਟੇਬਲ ਹੈ, 1 ਤੋਂ ਲੈ ਕੇ 10 ਤੱਕ 4 ਹੈ, 11 ਤੋਂ 20 ਦੇ ਵਿੱਚ 4 ਹੈ, 21 ਤੋਂ 30 ਦੇ ਵਿੱਚ 2 ਹੈ, 21 ਤੋਂ 40 ਦੇ ਵਿੱਚ ਵੀ 2 ਹੈ, 41 ਤੋਂ 50 ਦੇ ਵਿੱਚ 3 ਹੈ, ਦੈਨ 51 ਤੋਂ 100 ਦੇ ਵਿੱਚ ਕੁਛ ਹੈ। ਜਿਹੜੇ ਟੋਟਲ ਹੈ 1 ਤੋਂ ਲੈ ਕੇ 100 ਤੱਕ ਆਪਣੇ ਕਿੰਨੇ ਹੁੰਦੇ ਆ 25 ਪ੍ਰਾਈਮ ਨੰਬਰ ਹੁੰਦੇ ਆ। ਪ੍ਰੋਬੇਬਿਲਿਟੀ ਆਫ ਗੈਟਿੰਗ ਅ ਨੰਬਰ ਗ੍ਰੇਟਰ ਦੈਨ 3 ਇਨ ਥਰੋਇੰਗ ਏ ਡਾਈਸ। ਇੱਕ ਡਾਈਸ ਸਿੱਟਿਆ, ਉਹਦੀ ਪ੍ਰੋਬੇਬਿਲਿਟੀ 3 ਤੋਂ ਜ਼ਿਆਦਾ ਆਉਣ ਦੀ ਕਿੰਨੀ ਹੈ। ਟੋਟਲ ਕਿੰਨੇ ਆ ਸਕਦੇ 1 2 3 4 5 6। 3 ਤੋਂ ਜ਼ਿਆਦਾ ਕੀ ਹੋ ਸਕਦਾ 4 ਵੀ ਹੋ ਸਕਦਾ, 5 ਵੀ ਹੋ ਸਕਦਾ, 6 ਵੀ ਹੋ ਸਕਦਾ। ਇਹਦਾ ਮਤਲਬ 3/6 ਜਿਹੜੀ ਕਿੰਨੀ ਹੋ ਗਈ ਆਪਣੀ 1/2। ਆਊਟ ਆਫ 1 digit prime number, one number is selected at random. The probability of selecting an even number is, ਜੇ ਆਪਾਂ ਕਹੀਏ 1 digit ਨੰਬਰ ਕਿਹੜੇ ਹੁੰਦੇ 1 ਤੋਂ ਲੈ ਕੇ 10 ਤੱਕ, ਇਹਦੇ ਚ ਪ੍ਰਾਈਮ ਨੰਬਰ ਜਿਹੜਾ ਈਵਨ ਹੋਵੇ ਉਹਦੀ ਪ੍ਰੋਬੇਬਿਲਿਟੀ ਕੀ ਹੈ। ਹਾਂਜੀ, ਟੋਟਲ ਪ੍ਰਾਈਮ ਨੰਬਰ ਕਿੰਨੇ ਹੁੰਦੇ ਆ ਆਪਣੇ 2 3 5 7। ਈਵਨ ਨੰਬਰ ਇਹਨਾਂ ਚੋਂ ਕਿਹੜਾ ਆ ਕੇਵਲ 2, ਤਾਂ ਪ੍ਰੋਬੇਬਿਲਿਟੀ ਕਿੰਨੀ ਹੋਗੀ 2/1/4 1/4। ਹੁਣ ਆਊਟ ਆਫ 1 digit ਪ੍ਰਾਈਮ ਨੰਬਰਸ ਇੱਥੇ ਲਿਖਿਆ ਹੋਇਆ 1 digit ਪ੍ਰਾਈਮ ਨੰਬਰਸ ਦੇ ਵਿੱਚੋਂ ਆਪਾਂ ਚੁਣਿਆ। ਜੇ ਇੰਜ ਹੋਵੇ ਨਾ ਵੀ 1 ਤੋਂ ਲੈ ਕੇ 10 ਤੱਕ ਨੰਬਰਾਂ ਦੇ ਵਿੱਚੋਂ ਈਵਨ ਪ੍ਰਾਈਮ ਨੰਬਰ ਕਿੰਨਾ ਹੋਊਗਾ, ਫਿਰ ਉਹ ਕਿੰਨਾ ਹੋਊਗਾ 1/10 ਹੋਊਗਾ। ਜੇ 1 ਤੋਂ ਲੈ ਕੇ 10 ਦੇ ਵਿੱਚ ਹੋਊਗਾ। ਹੁਣ ਕੀ ਆ ਆਪਣਾ 1 digit ਪ੍ਰਾਈਮ ਨੰਬਰ, 1 digit ਹੁੰਦੇ ਆ 1 ਤੋਂ ਲੈ ਕੇ 9 ਤੱਕ ਆਪਾਂ 1 digit ਕਹਿੰਦੇ ਆ। ਠੀਕ ਹੈ ਨਾ, ਆਪਾਂ 1 ਤੋਂ ਲੈ ਕੇ 9 ਤੱਕ ਹੀ ਕਵਾਂਗੇ, ਇੱਥੇ 10 ਨਹੀਂ। ਠੀਕ ਹੈ, ਹੁਣ ਆਪਾਂ ਪਹਿਲਾਂ ਹੀ ਚੂਜ਼ ਕਰ ਲਿਆ ਵੀ ਪ੍ਰਾਈਮ ਚੋਂ ਹੀ ਲੱਭਣਾ। ਆਪਾਂ ਪਹਿਲਾਂ ਹੀ ਪ੍ਰਾਈਮ ਕਿੰਨੇ ਆ 4 ਹੈ, ਉਹਨਾਂ ਚੋਂ ਈਵਨ ਕਿਹੜਾ ਇੱਕੋ ਹੀ ਆ, ਇਹਦਾ ਮਤਲਬ 1/4। ਹੁਣ ਇੱਕ ਬੈਗ ਦੇ ਵਿੱਚ ਸਾਡੇ ਕੋਲ 3 ਲਾਲ ਗੇਂਦਾਂ ਆ ਤੇ 2 ਬਲੂ ਬਾਲ ਲਗਾ ਲਓ ਜਾਂ ਬੰਟੇ ਲਗਾ ਲਓ, ਮਾਰਬਲਸ ਬੰਟੇ ਜਿਹੜੇ ਆਪਾਂ ਕਹਿੰਦੇ ਆ। 3 ਰੈੱਡ ਆ ਤੇ 2 ਬਲੂ ਹੈ। ਇਹ ਮਾਰਬਲ ਇਜ਼ ਡਰਾਨ ਐਟ ਰੈਂਡਮ, ਇੱਕ ਬੰਟਾ ਚੱਕ ਲਿਆ। ਦੈਨ ਦਾ ਪ੍ਰੋਬੇਬਿਲਿਟੀ ਆਫ ਡਰਾਇੰਗ ਏ ਬਲੂ ਮਾਰਬਲ, ਹੁਣ ਜੋ ਬਲੂ ਦੀ ਹੋਣ ਦੀ ਕਿੰਨੀ ਪ੍ਰੋਬੇਬਿਲਿਟੀ ਹੈ। ਬਹੁਤ ਸੌਖਾ ਕੁਐਸਚਨ ਹੈ। ਬਲੂ ਕਿੰਨੇ ਹੈ 2 ਹੈ, ਟੋਟਲ ਕਿੰਨੇ ਹੈ 5 ਹੈ, ਤਾਂ ਆਨਸਰ ਕਿੰਨਾ ਆ ਗਿਆ 2/5। ਇਹ ਸਿੰਗਲ ਲੈਟਰ ਇਜ਼ ਸਿਲੈਕਟਡ ਐਟ ਰੈਂਡਮ ਫਰੋਮ ਦਾ ਵਰਡ ਪ੍ਰੋਬੇਬਿਲਿਟੀ। ਪ੍ਰੋਬੇਬਿਲਿਟੀ ਵਿੱਚੋਂ ਇੱਕ ਅੱਖਰ ਕੱਢਿਆ ਆਪਾਂ, ਉਹਨਾਂ ਵਿੱਚੋਂ ਵੋਵਲ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ। ਜਿਹੜਾ ਆਪਾਂ ਅੱਖਰ ਸਿਲੈਕਟ ਕੀਤਾ ਉਹਦੇ ਚੋਂ ਕੀ ਚਾਂਸ ਆ ਵੀ ਉਹ ਵੋਵਲ ਹੋ ਸਕਦਾ। ਵੋਵਲ ਹੈ ਕਿੰਨੇ ਆ, ਇਹ 4 ਵੋਵਲ ਹੈ। ਟੋਟਲ ਅੱਖਰ ਕਿੰਨੇ ਆ 11, ਤਾਂ ਆਨਸਰ ਕਿੰਨਾ ਆ ਗਿਆ 4/11।
ਇੱਕ ਡਾਈਸ ਆਪਾਂ ਸਿੱਟਿਆ ਗੈਟਿੰਗ ਏ ਕੰਪੋਜ਼ਿਟ ਨੰਬਰ। ਪ੍ਰਾਈਮ ਨੰਬਰ ਜਿਹੜਾ ਕਿਸੇ ਦੇ ਟੇਬਲ ਤੇ ਨਹੀਂ ਆਉਂਦਾ, ਕੰਪੋਜ਼ਿਟ ਜਿਹੜਾ ਆਪਾਂ ਕਹੀਏ ਪ੍ਰਾਈਮ ਤੋਂ ਉਲਟ ਹੋ ਗਿਆ, ਜਿਹੜਾ ਡਿਵੀਜ਼ੀਬਲ ਹੁੰਦਾ, ਠੀਕ ਹੈ ਨਾ, ਜਿਹੜਾ ਕਿਸੇ ਦੇ ਟੇਬਲ 'ਚ ਆ ਸਕਦਾ। ਹੁਣ 1 2 3 4 5 6 dice is thrown once, the probability of getting a composite number, ਠੀਕ ਹੈ। ਇਹ ਆਪਾਂ ਇੱਕ ਵਾਰ ਚੈੱਕ ਕਰ ਲੈਂਦੇ ਹਾਂ। ਇੱਕ ਤਾਂ 4 ਵੀ ਕਿਸੇ ਦੇ ਟੇਬਲ ਤੇ ਆ ਰਿਹਾ ਤੇ 6 ਵੀ ਟੇਬਲ ਤੇ ਆ ਰਿਹਾ, ਠੀਕ ਹੈ ਨਾ। 4 ਵੀ ਟੇਬਲ ਤੇ ਆਂਦਾ ਹੈ, 6 ਵੀ ਆਂਦਾ ਹੈ, ਤਾਂ ਆਈ ਥਿੰਕ ਇਹਦਾ ਆਂਸਰ 2/6 ਹੋਣਾ ਚਾਹੀਦਾ, ਯਾਨੀ ਕਿ 1/3। ਆਪਾਂ ਇਹ ਚੈੱਕ ਕਰਨਾ ਹੈ। ਇਸ ਨੂੰ ਕਰੈਕਟ ਕਰਕੇ ਡਿਸਕ੍ਰਿਪਸ਼ਨ 'ਚ ਲਿਖਿਓ ਵੀ ਇਹਦਾ ਐਗਜ਼ੈਕਟ ਆਂਸਰ ਕੀ ਹੈ, ਠੀਕ ਹੈ। ਕੁਐਸਚਨ ਨੰਬਰ 22 ਤੇ ਹੈ, ਸਲਾਈਡ ਨੰਬਰ 22 ਤੇ ਹੈ। ਇਹਦਾ ਚੈੱਕ ਕਰਕੇ ਮੈਂ ਵੀ ਡਿਸਕ੍ਰਿਪਸ਼ਨ 'ਚ ਲਿਖੂੰਗਾ, ਤੁਸੀਂ ਵੀ ਆਪਣੀ ਇਹਦੀ ਰਾਏ ਦੇਣੀ ਹੈ ਵੀ ਇਹਦਾ ਆਂਸਰ ਕੀ ਹੋਣਾ ਚਾਹੀਦਾ। ਮੇਰੇ ਅਕੋਰਡਿੰਗ 1/3 ਹੋਣਾ ਚਾਹੀਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਇੱਕ ਵਾਰ ਦੁਬਾਰਾ ਚੈੱਕ ਕਰਾਂਗੇ ਇਸ ਨੂੰ। ਇੱਕ ਹੁਣ ਲੋਟਰੀ ਹੈ, ਉਹਦੇ ਵਿੱਚ 5 ਪ੍ਰਾਈਜ਼ ਹੈ ਤੇ 10 ਬਲੈਂਕਸ ਹੈ। ਪ੍ਰਾਈਜ਼ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ? 5 ਜਿਹੜੀ ਕਿ ਪ੍ਰਾਈਜ਼ ਵਾਲੀਆਂ ਟਿਕਟਾਂ ਆ, 20 ਖਾਲੀ ਹੈ, ਤਾਂ ਪ੍ਰਾਈਜ਼ ਕਿੰਨੇ ਚਾਂਸ ਆ ਵੀ ਪ੍ਰਾਈਜ਼ ਮਿਲੂਗਾ। ਟੋਟਲ ਟਿਕਟਾਂ ਕਿੰਨੀਆਂ ਆ? 5 + 20 25, ਤੇ ਪ੍ਰਾਈਜ਼ ਵਾਲੀਆਂ ਕਿੰਨਾ ਆ? 5 5/25 ਕਿੰਨਾ ਹੋ ਗਿਆ? 1/5। If a number x is chosen at random from the series, ਇੱਕ ਸੀਰੀਜ਼ ਹੈ, ਇਸ ਦੇ ਵਿੱਚ ਇੱਕ ਰੈਂਡਮ ਨੰਬਰ ਚੱਕਿਆ, ਇਹ ਕੀ ਪ੍ਰੋਬੇਬਿਲਿਟੀ ਹੈ ਵੀ ਉਹਦਾ ਸਕੇਅਰ ਜਿਹੜਾ ਆ ਉਹ 2 ਤੋਂ ਘੱਟ ਹੋਵੇ? ਬਹੁਤ ਸੌਖਾ ਕੁਐਸਚਨ ਹੈ ਵੈਸੇ, ਵੈਲਿਊ ਦਿਖਣ 'ਚ ਸ਼ਾਇਦ ਮੁਸ਼ਕਿਲ ਲੱਗ ਰਿਹਾ ਹੋਵੇ, ਪਰ ਆਨਸਰ ਈਜ਼ੀ ਹੈ। ਹੁਣ 2 ਦਾ ਸਕੇਅਰ ਕਿੰਨਾ ਹੁੰਦਾ ਹੈ? 4। 1 ਦਾ ਸਕੇਅਰ 1, 0 ਦਾ ਸਕੇਅਰ 1, 1 ਦਾ ਸਕੇਅਰ 1, 2 ਦਾ ਸਕੇਅਰ 4, ਟੋਟਲ 5 ਨੰਬਰ ਹੈ। ਕਿੰਨੇ ਨੰਬਰ ਹੈ ਜਿਨ੍ਹਾਂ ਦਾ ਸਕੇਅਰ 2 ਤੋਂ ਘੱਟ ਹੈ? 1 2 3, ਸੌਰੀ 0 ਦਾ ਸਕੇਅਰ 0, ਗਲਤ ਲਿਖਿਆ ਗਿਆ, 0 ਦਾ ਸਕੇਅਰ 0। ਟੋਟਲ 3 ਨੰਬਰ ਹੈ ਜਿਨ੍ਹਾਂ ਦਾ ਸਕੇਅਰ ਕੀ ਹੈ? 2 ਤੋਂ ਘੱਟ ਹੈ, ਤਾਂ ਆਨਸਰ ਕਿੰਨਾ ਆ ਗਿਆ? 3/5। 2 ਡਾਈਸ ਆਪਾਂ ਸਿੱਟੇ, the probability that sum of the two numbers will be a multiple of 4। 2 ਡਾਈ ਸਿੱਟੇ ਹੈ, ਉਹਨਾਂ ਦੀ ਕੀ ਪ੍ਰੋਬੇਬਿਲਿਟੀ ਹੈ ਵੀ ਜਿਹੜਾ ਸਮ ਹੈ ਦੋਨੇ ਨੰਬਰਸ ਦਾ ਉਹ 4 ਹੋਵੇ। ਟੋਟਲ 36 ਕੰਬੀਨੇਸ਼ਨ ਬਣਦੇ ਹੁੰਦੇ ਆ, ਇੱਕ ਦੇ ਵਿੱਚ 6 ਹੈ ਤਾਂ ਦੂਸਰੇ 'ਚ 6 ਹੈ, ਤਾਂ ਟੋਟਲ ਕਿੰਨੇ ਹੋ ਗਏ? 36 ਹੋ ਗਏ। ਕਿਵੇਂ? ਇੱਕ ਦਾ ਹੋ ਸਕਦਾ ਹੈ 4, ਮਲਟੀਪਲ ਆਫ 4, ਸੌਰੀ ਸਮ ਨਹੀਂ, ਮਲਟੀਪਲ ਆਫ 4। ਮਲਟੀਪਲ ਆਫ 4 ਕੀ ਆ ਸਕਦੇ? ਇੱਕ ਤਾਂ 4 ਆ ਸਕਦਾ ਹੈ, ਉਹਨਾਂ ਦਾ ਸਮ 8 ਹੋ ਸਕਦਾ ਹੈ। ਸਮ ਆਫ ਦਾ 2 ਨੰਬਰਸ। 4 ਦੇ ਕੰਬੀਨੇਸ਼ਨ ਕੀ ਹੋ ਸਕਦੇ? ਇੱਕ ਤੇ 1 ਆ ਜੇ, ਇੱਕ ਤੇ 3 ਆ ਜੇ, ਇੱਕ ਤੇ 3 ਆ ਜੇ, ਇੱਕ ਤੇ 1 ਆ ਜੇ, ਇੱਕ ਤੇ 2 ਆ ਜੇ, ਇੱਕ ਤੇ 2 ਆ ਜੇ। ਸਿਮਿਲਰਲੀ 8 ਕਿਵੇਂ ਆ ਸਕਦੇ ਆ? 4 4 ਹੋ ਸਕਦਾ ਹੈ, 2 ਤੇ 6, 6 ਤੇ 2, 3 ਤੇ 5, 5 ਤੇ 3। ਕੋਈ ਹੋਰ ਵੈਲਿਊ ਵੀ ਆ ਸਕਦੀ ਹੈ, 1 2 3 4 5 6 7 8, 8 / 36, 4 18 2 9। ਇਹਦਾ ਆਨਸਰ 2/9 ਹੋਣਾ ਚਾਹੀਦਾ, 2/9। ਚੈੱਕ ਕਰਾਂਗੇ, ਇਹਦਾ ਆਨਸਰ ਕੀ ਆਊਗਾ ਆਪਣਾ? 2/9, ਠੀਕ ਹੈ। ਇਹਦਾ ਆਨਸਰ ਟੋਟਲ ਕਿੰਨੇ ਕੰਬੀਨੇਸ਼ਨ? 3 ਇਹ ਹੈ, 5 ਇਹ ਹੈ, ਟੋਟਲ 9 ਹੋ ਗਏ। 5 ਤੇ 3 8 ਹੈ, 8 ਹੈ, ਠੀਕ ਹੈ। ਜੇ 9 ਹੁੰਦੇ ਤਾਂ ਫਿਰ 1/4 ਹੀ ਆ ਜਾਂਦਾ। ਇੱਕ ਵਾਰ ਫਿਰ ਵੀ ਤੁਸੀਂ ਚੈੱਕ ਕਰਕੇ ਕਮੈਂਟ ਦੇ ਵਿੱਚ ਲਿਖਿਓ ਆਨਸਰ ਕਿੰਨਾ ਆ ਗਿਆ? 2/9। A number is selected from the number 1 2 3 and then a second number y is randomly selected from the number 1 4 9, then the probability that the product x y of the two number will be less than 9। ਇੱਕ 'ਚ 3 ਨੰਬਰ ਹੈ, ਉਹਦੇ 'ਚੋਂ ਕੀਤਾ ਹੈ 1 2 3, ਇੱਕ 'ਚੋਂ ਹੈ 1 4 9। ਟੋਟਲ ਕੰਬੀਨੇਸ਼ਨ 9 ਬਣਨਗੇ ਆਪਣੇ। ਹੁਣ
ਇੱਕ ਦੇ ਨਾਲ ਕੀ ਹੋ ਸਕਦਾ, 4 ਹੋ ਸਕਦਾ ਹੈ। ਇਧਰੋਂ 1 ਹੈ, ਇਧਰੋਂ ਵੀ 1 ਲੈ ਲਈਏ, ਇਧਰੋਂ 1 ਹੈ, ਇਧਰੋਂ 4 ਲੈ ਲਈਏ। ਠੀਕ ਹੈ, ਜਦੋਂ ਇਧਰੋਂ 1 ਲਿਆ, ਇਧਰੋਂ 9 ਲਿਆ ਤਾਂ ਉਹ ਲੈਸ ਦੈਨ ਨਹੀਂ ਹੋਊਗਾ। ਫਿਰ 2 ਲਿਆ, ਇਧਰੋਂ 1 ਆ ਸਕਦਾ ਹੈ, ਇਧਰੋਂ 2 ਲਿਆ, ਇਧਰੋਂ 4 ਵੀ ਆ ਸਕਦਾ ਹੈ, ਕਿਉਂਕਿ 2 ਤੇ 4 8। 3 ਦੇ ਨਾਲ ਕੀ ਆ ਸਕਦਾ ਹੈ, 1। 3 ਦੇ ਨਾਲ 4 ਨਹੀਂ ਆ ਸਕਦਾ, ਕਿਉਂਕਿ 3 into 4 ਕਿੰਨਾ ਹੋ ਗਿਆ ਆਪਣਾ 12। 1 2 3 4 5 ਟੋਟਲ ਕਿੰਨੇ, 5 ਐਸੇ ਕੰਬੀਨੇਸ਼ਨ ਆ ਜਿਨ੍ਹਾਂ ਦਾ ਮਲਟੀਪਲਾਈ 9 ਤੋਂ ਘੱਟ ਬਣਦਾ ਹੈ। ਠੀਕ ਹੈ ਨਾ, ਹੁਣ ਆਨਸਰ ਕਿੰਨਾ ਆ ਗਿਆ 5/9। ਇੱਕ ਡਾਈਸ ਆਪਾਂ ਸਿੱਟਿਆ, ਪ੍ਰੋਬੇਬਿਲਿਟੀ ਕੀ ਹੈ ਵੀ ਜਿਹੜੀ ਵੈਲਿਊ ਹੈ ਉਹ 8 ਤੋਂ ਘੱਟ ਹੋਵੇ। ਕਿੰਨੀ ਪ੍ਰੋਬੇਬਿਲਿਟੀ ਬਣਦੀ ਹੈ ਵੀ ਜਦੋਂ ਆਪਾਂ ਇੱਕ ਡਾਈਸ ਸਿੱਟਿਆ ਵੀ ਉਹਦੀ ਵੈਲਿਊ ਜਿਹੜਾ ਆਨਸਰ ਹੈ ਉਹ 8 ਤੋਂ ਘੱਟ ਹੋਵੇ। ਉਹ ਤਾਂ ਹਰ ਵਾਰ 8 ਤੋਂ ਘੱਟ ਹੀ ਹੋਊਗਾ, ਕਿ ਡਾਈਸ ਦੇ ਵਿੱਚ 1 ਤੋਂ ਲੈ ਕੇ 6 ਤੱਕ ਹੁੰਦੇ ਆ। ਇਹਦਾ ਮਤਲਬ ਉਹਦੀ ਵੈਲਿਊ 100% ਸਹੀ ਹੋਊਗੀ, 8 ਤੋਂ ਘੱਟ ਹੀ ਹੋਊਗੀ, ਤਾਂ ਉਹਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ 1। ਜੇ ਇੱਥੇ ਆਨਸਰ ਆ ਜਾਂਦਾ ਵੀ ਕੀ ਪ੍ਰੋਬੇਬਿਲਿਟੀ ਹੈ ਵੀ 8 ਤੋਂ ਜ਼ਿਆਦਾ ਹੋਵੇ, ਤਾਂ ਉਹਦੀ ਪ੍ਰੋਬੇਬਿਲਿਟੀ ਕੀ ਹੋਊਗੀ 0 ਹੋਊਗੀ। ਜੇ ਆਪਾਂ ਕਹੀਏ ਵੀ 8 ਤੋਂ ਜ਼ਿਆਦਾ ਕੀ ਪ੍ਰੋਬੇਬਿਲਿਟੀ, 8 ਤੋਂ ਜ਼ਿਆਦਾ ਤਾਂ ਕੋਈ ਵੀ ਨੰਬਰ ਨਹੀਂ ਹੁੰਦਾ ਡਾਈਸ ਦੇ ਵਿੱਚ। ਇੱਕ ਆਪਾਂ ਕਾਰਡ ਕੀਤਾ, ਤਾਸ਼ ਦੇ ਵਿੱਚੋਂ ਕੀਤਾ। ਠੀਕ ਹੈ, ਪਿਕ ਟੋਟਲ ਕਿੰਨੇ ਹੁੰਦੇ 52 ਹੁੰਦੇ ਆ। ਪ੍ਰੋਬੇਬਿਲਿਟੀ ਕੀ ਹੈ ਵੀ ਉਹ ਚੋਂ ਰੈੱਡ ਕਿੰਗ ਹੋਵੇ। ਟੋਟਲ ਕਿੰਗ ਕਿੰਨੇ ਹੁੰਦੇ ਆ 4। ਠੀਕ ਹੈ, 2 ਬਲੈਕ 2 ਰੈੱਡ। ਜਦੋਂ ਆਪਾਂ ਕਾਰਡ ਕੱਢਿਆ ਤਾਂ ਉਹਦੀ ਪ੍ਰੋਬੇਬਿਲਿਟੀ ਕਿੰਨੀ ਹੋਣੀ ਚਾਹੀਦੀ ਹੈ, ਰੈੱਡ ਦੀ 2/52, ਜਿਹੜੀ ਕਿੰਨੀ ਹੁੰਦੀ ਹੈ 1/26। ਜੇ ਆਪਾਂ ਕਹੀਏ ਵੀ ਕੋਈ ਵੀ ਰਾਜਾ ਹੋਵੇ, ਕੋਈ ਵੀ ਕਿੰਗ ਹੋਵੇ ਤਾਂ 4/52 ਹੋਊਗੀ, ਕਿਉਂਕਿ ਕੋਈ ਵੀ ਰਾਜਾ ਹੋਵੇ ਤਾਂ ਉਹਦੀ 4/52 ਹੋਊਗੀ। ਜੇ ਰੈੱਡ ਹੈ ਤਾਂ ਰੈੱਡ ਕਿੰਨੇ ਹੁੰਦੇ ਆ, ਇਕੱਲੇ 2 ਹੁੰਦੇ ਆ, ਤਾਂ 2/52। 2 ਡਾਈਸ ਆਪਾਂ ਸਿੱਟੇ। ਠੀਕ ਹੈ, what is the probability that the sum of the numbers appear is less than 4। ਜਿਹੜਾ ਉਹਨਾਂ ਦਾ ਜੋੜ ਹੈ, ਟੋਟਲ 36 ਕੰਬੀਨੇਸ਼ਨ ਬਣਦੇ ਆ ਦੋ ਡਾਈਸ। ਆਪਾਂ ਉਹ ਬਣਾ ਲੈਂਦੇ ਜਿਨ੍ਹਾਂ ਦਾ 5 ਤੋਂ ਘੱਟ ਹੈ। ਹੋ ਸਕਦਾ ਦੋਨਾਂ ਚ ਇੱਕ ਆ ਜੇ, ਹੋ ਸਕਦਾ ਪਹਿਲੇ ਚ 1 ਆਵੇ, ਦੂਜੇ ਚ 2। ਪਹਿਲੇ ਚ 1 3, ਪਹਿਲੇ ਚ 1 4, ਤਾਂ ਫਿਰ 5 ਹੋ ਗਿਆ। ਹੁਣ ਇਹ ਹੋ ਸਕਦਾ ਪਹਿਲੇ ਚ 2 ਆਵੇ, ਦੂਜੇ ਚ 1 ਆ ਜੇ, ਪਹਿਲੇ ਚ 2 ਦੂਜੇ ਚ 2। ਇਹ ਫਿਰ ਨਹੀਂ ਬਣੂਗਾ ਕਿ ਜੇ 2 ਤੇ 2 ਹੈ, ਜੇ 2 ਤੇ 3 ਹੋ ਜੇ ਫਿਰ ਉਹ 5 ਹੋ ਜਾਊਗਾ, ਆਪਾਂ ਨੂੰ ਲੈਸ ਦੈਨ 5 ਚਾਹੀਦਾ। ਜੇ ਪਹਿਲੇ ਚ 3 ਆਵੇ, ਦੂਜੇ ਚ 1 ਆ ਜੇ, ਬਸ ਇੰਨੇ ਕੰਬੀਨੇਸ਼ਨ ਹੀ ਬਣਦੇ 1 2 3 4 5 6 6/36। ਠੀਕ ਹੈ ਨਾ, ਹੁਣ 6/36 ਨੂੰ ਆਪਾਂ ਜਦੋਂ ਕੱਟਾਂਗੇ ਤਾਂ ਆਪਾਂ ਕਿਵੇਂ ਲਿਖ ਸਕਦੇ ਹਾਂ, ਤੇ ਇਹਦਾ ਆਨਸਰ ਆਪਾਂ 1/6 ਵੀ ਲਿਖ ਸਕਦੇ ਹਾਂ। ਠੀਕ ਹੈ, 6 1/6 ਪ੍ਰੋਬੇਬਿਲਿਟੀ ਲਿਖ ਲਓ ਜਾਂ 6/36 ਲਿਖ ਲਓ। 2 coins ਟੌਸ ਕੀਤੇ ਆਪਾਂ, what is the probability getting at least one head। ਬਹੁਤ ਈਜ਼ੀ ਕੁਐਸਚਨ ਹੈ। ਐਟਲੀਸਟ ਮਤਲਬ ਘੱਟ ਤੋਂ ਘੱਟ ਇੱਕ ਹੈਡ ਆਉਣਾ ਜ਼ਰੂਰੀ ਹੈ, ਤਾਂ ਉਹਦੀ ਕੀ ਪ੍ਰੋਬੇਬਿਲਿਟੀ ਹੈ ਵੀ ਘੱਟ ਤੋਂ ਘੱਟ ਇੱਕ ਹੈਡ ਜ਼ਰੂਰ ਆਊਗਾ। ਉਹਦੀ ਪ੍ਰੋਬੇਬਿਲਿਟੀ ਕਿੰਨੀ ਹੈ 3/4 ਹੈ, ਕਿਉਂਕਿ ਟੋਟਲ ਕੰਬੀਨੇਸ਼ਨ ਸਾਡੇ 4 ਬਣਦੇ ਆ। ਉਸ ਹੈਡ ਹੈਡ, ਹੈਡ ਟੇਲ, ਟੇਲ ਹੈਡ, ਟੇਲ ਟੇਲ। ਹੁਣ ਕਿੰਨਿਆਂ ਚ ਹੈਡ ਆ ਗਿਆ, ਘੱਟ ਤੋਂ ਘੱਟ ਇੱਕ ਹੈਡ ਜਿਹੜਾ 3 ਚ ਆ ਗਿਆ, ਯਾਨੀ ਕਿ 3/4। ਜੇ ਆਨਸਰ, ਜੇ ਕੁਐਸਚਨ ਹੁੰਦਾ ਵੀ ਕੋਈ ਵੀ ਹੈਡ ਨਾ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ, ਫਿਰ ਕਿੰਨੀ ਹੁੰਦੀ ਹੈ 1/4, ਵੀ ਕੋਈ ਹੈਡ ਨਾ ਆਵੇ, ਕਿਉਂਕਿ ਇੱਕੋ ਹੀ ਕੰਬੀਨੇਸ਼ਨ ਐਸਾ ਆ ਜਿਹਦੇ ਵਿੱਚ ਇੱਕ ਵੀ ਹੈਡ ਨਹੀਂ ਬਣਦਾ। A bag contain 5 red balls, 6 blue balls। What is the probability that the ball drawn is not red। ਰੈਡ ਨਾ ਹੋਣ ਦੀ ਪ੍ਰੋਬੇਬਿਲਿਟੀ ਕੀ ਹੈ। ਰੈਡ ਨਾ ਹੋਣ ਦੀ ਕਿੰਨੀ ਹੈ 5/11, ਕਿਉਂਕਿ ਟੋਟਲ ਕਿੰਨੀ ਹੈ 11 ਬਾਲਸ ਹੈ। ਰੈਡ ਕਿੰਨੀ ਹੈ 6। ਜੇ ਨਹੀਂ ਰੈਡ, ਇਹਦਾ ਮਤਲਬ ਕਿਹੜੀ ਹੋਊਗੀ ਬਲੂ, ਇਹਦਾ ਮਤਲਬ ਕਿੰਨੀ ਹੋਗੀ 5/11। ਅਰਮਾਨ tosses 2 different coins simultaneously, ਮਤਲਬ ਇਕੱਠੇ 2 ਨੇ coins ਸਿੱਟੇ। what is the probability that he gets one head and one tail। ਇੱਕ ਹੈਡ ਤੇ ਇੱਕ ਟੇਲ ਆਉਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ। ਬਹੁਤ ਈਜ਼ੀ ਕੁਐਸਚਨ ਹੈ, ਵਧੀਆ ਕੁਐਸਚਨ ਹੈ, ਥੋੜਾ ਜਿਹਾ ਸ਼ਾਇਦ ਕਨਫਿਊਜ਼ਨ ਹੋਵੇ ਇਸ ਦੇ ਵਿੱਚ। ਉਸਦੀ ਪ੍ਰੋਬੇਬਿਲਿਟੀ ਕਿੰਨੀ ਹੈ 1/2, ਕਿਉਂਕਿ ਕੀ 4 ਕੰਬੀਨੇਸ਼ਨ ਹੈ ਹੈਡ ਹੈਡ, ਹੈਡ ਟੇਲ, ਟੇਲ ਹੈਡ ਤੇ ਟੇਲ ਟੇਲ। what is the probability that getting one head and one tail। ਆ ਦੋ ਪਾਰਟਸ ਦੇ ਵਿੱਚ ਇੱਕ ਹੈਡ ਤੇ ਇੱਕ ਟੇਲ ਆ ਰਿਹਾ, ਯਾਨੀ ਕਿ 2/4 is equal to 1/2। what is the probability that a leap year has 53 Sundays। ਇਹ ਨਹੀਂ ਕੰਮ ਦੀ ਚੀਜ਼।
ਕੀ ਪ੍ਰੋਬੇਬਿਲਿਟੀ ਹੈ ਵੀ ਉਸ ਦੇ ਵਿੱਚ ਜਿਹੜੇ 53 ਸੰਡੇ ਹੋਣ। ਥੋੜਾ ਜਿਹਾ ਟ੍ਰਿਕੀ ਕੁਐਸਚਨ ਹੈ, ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ ਵੈਸੇ। ਹੁਣ 2/7 ਕਿਵੇਂ ਆਇਆ, ਜੇ ਨਾ ਆਪਾਂ ਦੇਖਦੇ ਨਾ 52 × 7 ਹਫ਼ਤੇ ਆਪਾਂ ਦੇਖ ਲਈਏ 14 ਆਂਸਰ 1 35 36 364 ਦਿਨ ਤਾਂ ਪੂਰੇ ਪੂਰੇ ਕੱਟੇ ਗਏ, ਮਤਲਬ ਕਿ ਸਾਰਿਆਂ ਦੇ ਵਿੱਚ 52 ਆ ਗਏ, ਹਰੇਕ ਦਿਨ 52 ਵਾਰ ਆ ਗਿਆ। ਤੇ ਲੀਪ ਈਅਰ ਚ ਕਿੰਨੇ ਹੁੰਦੇ 366 ਦਿਨ ਹੁੰਦੇ, ਇਹਦਾ ਮਤਲਬ 2 ਦਿਨ ਫਾਲਤੂ ਆ। 52 ਹਫ਼ਤੇ ਹੋ ਗਏ ਤੇ 2 ਦਿਨ ਫਾਲਤੂ ਆ। ਹੁਣ ਇਹ 2 ਦਿਨ ਜਿਹੜੇ ਆ ਉਹ 7 ਚ ਵੰਡੇ ਜਾਣੇ ਆ। ਹੋ ਸਕਦਾ 2 ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਟਰਡੇ ਹੈ ਨਾ, ਮਤਲਬ 7 ਦਿਨ ਹੋ ਗਏ। ਇਹਨਾਂ ਦੀ ਪ੍ਰੋਬੇਬਿਲਿਟੀ ਕਿੰਨੀ ਹੋ ਗਈ 2/7। 2 ਕੋਇਨਸ ਆਪਾਂ ਥਰੋ ਕੀਤੇ ਇਕੱਠੇ। What is the probability of numbers coming on the top whose product is perfect square? ਠੀਕ ਹੈ ਵੀ ਉਹਨਾਂ ਦਾ ਜਿਹੜਾ ਨੰਬਰ ਜਿਹੜੇ ਟੌਪ ਤੇ ਆਏ ਉਹ ਪਰਫੈਕਟ ਸਕੁਅਰ ਹੋਣ। ਜਿਵੇਂ ਇੱਕ ਜੇ ਆਪਾਂ ਗੱਲ ਕਰੀਏ ਆਨਸਰ ਕਿੰਨਾ ਆ ਗਿਆ 2/9। ਕਿਵੇਂ ਆਇਆ ਇਹ ਆਪਾਂ ਦੇਖਦੇ ਹਾਂ। ਜਿਵੇਂ ਪਰਫੈਕਟ ਸਕੁਅਰ ਕੀ ਹੋ ਸਕਦਾ, 1 ਹੋ ਸਕਦਾ ਹੈ, 4 ਹੋ ਸਕਦਾ ਹੈ, 9 ਹੋ ਸਕਦਾ ਹੈ, 16, 25 ਤੇ 36। ਹੁਣ ਜਦੋਂ 1 ਆ ਜੇ ਉਦੋਂ 1 ਆ ਜਾਊਗਾ ਆਨਸਰ। ਜਦੋਂ 2 ਹੋ ਜੇ ਉਦੋਂ ਆਨਸਰ ਕਿੰਨਾ ਹੋ ਜਾਊਗਾ 4। ਜਦੋਂ 1 ਤੇ 4 ਆਵੇ ਤਾਂ ਵੀ ਕਿੰਨਾ ਹੁੰਦਾ 4। ਜੇ 4 ਤੇ 1 ਹੋਵੇ ਤਾਂ ਵੀ ਕਿੰਨਾ ਹੁੰਦਾ 4। 9 ਕਿਵੇਂ ਆਊਗਾ ਜਦੋਂ 3 ਹੋ ਜੇ। 16 ਕਦੋਂ ਆਊਗਾ ਜਦੋਂ 4 ਆਉਣ ਦੋਨਾਂ 'ਚ। 25 ਜਦੋਂ ਦੋਨਾਂ 'ਚ 5 ਆਵੇ। 36 ਜਦੋਂ ਦੋਨਾਂ 'ਚ 6 ਆਵੇ। 1 2 3 4 5 6 7 8 ਟੋਟਲ ਕਿੰਨਾ ਹੋਇਆ 8/36। 8/36 4/18 2/9 ਆਨਸਰ ਕਿੰਨਾ ਆ ਗਿਆ 2/9। ਹੁਣ ਕੁਝ ਕੁਐਸਚਨਸ ਐਸੇ ਵੀ ਆ ਜਾਂਦੇ ਆ ਵੀ ਬਾਕਸ ਦੇ ਵਿੱਚ ਇੰਨੀਆਂ ਸ਼ਰਟਸ ਹੈ 125, 110 ਜਿਹੜੀਆਂ ਗੁੱਡ ਕੰਡੀਸ਼ਨ 'ਚ ਹੈ, 12 ਜਿਹੜੀਆਂ ਮਾਈਨਰ ਡਿਫੈਕਟਿਡ ਹੈ ਤੇ 3 ਜਿਹੜੀਆਂ ਮੇਜਰ ਡਿਫੈਕਟਿਡ ਹੈ। ਹੁਣ ਕਹਿੰਦਾ ਪ੍ਰਥਮ ਵਿਲ ਬਾਏ ਓਨਲੀ 2 ਸ਼ਰਟਸ ਵਿਚ ਆਰ ਗੁੱਡ। ਜਿਹੜੀਆਂ ਗੁੱਡ ਹੈ ਪ੍ਰਥਮ ਨੇ ਉਹ ਬਾਏ ਕਰਨੀਆਂ ਜਿਹੜੀਆਂ ਗੁੱਡ ਹੈ। ਅਰਮਾਨ ਨੇ ਕਿਹੜੀਆਂ ਬਾਏ ਕਰਨੀਆਂ ਜਿਹੜੀਆਂ ਕੱਲੀਆਂ ਰਿਜੈਕਟ ਕਰਨੀਆਂ ਜਿਸ 'ਚ ਮੇਜਰ ਡਿਫੈਕਟ ਹੈ। ਹੁਣ ਇੱਕ ਸ਼ਰਟ ਪਿਕ ਕੀਤੀ ਆਊਟ ਆਫ ਰੈਂਡਮ ਫਰੋਮ ਬਾਕਸ, ਉਹਦੇ ਬਾਰੇ ਜੇ ਆਪਾਂ ਕਰੀਏ ਵੀ ਪ੍ਰਥਮ ਦੇ ਚਾਂਸ ਕਿੰਨੇ ਆ ਵੀ ਉਹਨੂੰ ਸ਼ਰਟ ਮਿਲ ਜੂਗੀ। ਟੋਟਲ ਸ਼ਰਟਸ 125 ਹੈ। ਪ੍ਰਥਮ ਨੂੰ ਕਿੰਨੀਆਂ ਚਾਹੀਦੀਆਂ ਜਿਹੜੀਆਂ ਕੱਲੀਆਂ ਵਧੀਆ ਆ, ਯਾਨੀ ਕਿ ਜਿਹੜੀਆਂ ਕੱਲੀਆਂ ਸਹੀ ਕੰਡੀਸ਼ਨ 'ਚ ਹੈ, ਯਾਨੀ ਕਿ 110/125। ਜੇ ਆਪਾਂ ਕਹੀਏ ਅਰਮਾਨ ਨੂੰ ਕਿਹੜੀਆਂ ਚਾਹੀਦੀਆਂ ਜਿਹਦੇ 'ਚ ਕੋਈ ਮੇਜਰ ਡਿਫੈਕਟ ਨਾ ਹੋਵੇ, ਯਾਨੀ ਕਿ ਉਹਨੂੰ ਚਾਹੇ 110 ਇਹਨਾਂ 'ਚੋਂ ਮਿਲ ਜੇ ਚਾਹੇ 12 ਇਹਨਾਂ 12 'ਚੋਂ ਮਿਲ ਜੇ, ਯਾਨੀ ਕਿ ਟੋਟਲ ਕਿੰਨੀ ਹੋ ਗਈ 122। 122/125। ਜਿਹੜੀ ਅਰਮਾਨ ਦੀ ਪ੍ਰੋਬੇਬਿਲਿਟੀ ਹੋਊਗੀ ਸ਼ਰਟ ਪਿਕ ਕਰਨ ਦੀ ਉਹ ਇੰਨੀ ਹੋਊਗੀ, ਪ੍ਰਥਮ ਦੀ ਕਿੰਨੀ ਹੋਊਗੀ ਇੰਨੀ। ਐਸੇ ਕੁਐਸਚਨਸ ਵੀ ਆ ਜਾਂਦੇ ਆ, ਠੀਕ ਹੈ, ਥੋੜੇ ਇਸ 'ਚ ਦੇਖਣਾ ਹੈ। ਫਿਰ ਇੱਕ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਹੈ ਵੀ ਡਾਈਸ ਥਰੋ ਕਰਨਾ ਹੈ, ਠੀਕ ਹੈ। ਇੱਕ ਰੈਕਟੈਂਗੂਲਰ ਜਗ੍ਹਾ ਤੇ ਹੈ, ਇੱਕ ਬਾਕਸ ਹੈ, ਉਹਦੇ ਵਿੱਚ ਆਪਾਂ ਡਾਈਸ ਥਰੋ ਕੀਤਾ ਹੈ। ਕਹਿੰਦਾ ਕੀ ਪ੍ਰੋਬੇਬਿਲਿਟੀ ਹੈ ਵੀ ਉਹ ਇਸ ਸਰਕਲ ਦੇ ਵਿੱਚ ਡਿਗੇ। ਜਿਹੜਾ ਸਰਕਲ ਜਿਹਦਾ ਡਾਇਆਮੀਟਰ ਕਿੰਨਾ ਆ ਆਪਾਂ ਕਹੀਏ 1 ਮੀਟਰ ਹੈ, ਬਾਕਸ ਕਿੰਨਾ ਆ 2/3 ਮੀਟਰ। ਹੁਣ ਇਹਦੇ ਲਈ ਸਾਨੂੰ ਕੀ ਕਰਨਾ ਪਊਗਾ, ਚਲੋ ਪਹਿਲਾਂ ਤੁਸੀਂ ਆਪਣਾ ਆਈਡੀਆ ਲਗਾਓ ਕੀ ਹੋਣਾ ਚਾਹੀਦਾ। ਇਹਦੇ ਲਈ ਸਾਨੂੰ ਪਹਿਲਾਂ ਬਾਕਸ ਦਾ ਏਰੀਆ 3 × 2 6 ਮੀਟਰ ਸਕੁਅਰ। ਇਹਦਾ ਡਾਇਆਮੀਟਰ ਕਿੰਨਾ ਆ ਜੇ ਆਪਾਂ ਕਹੀਏ 1 ਮੀਟਰ। ਰੇਡੀਅਸ ਕਿੰਨਾ ਹੋ ਗਿਆ 0.5 ਮੀਟਰ। ਇਹਦਾ ਏਰੀਆ ਕਿੰਨਾ ਹੋ ਗਿਆ 22/7 × 0.5 × 0.5, ਜਿਹੜਾ ਕਿਸ ਦੇ ਇਕੁਅਲ ਹੋ ਜਾਂਦਾ ਅੰਦਾਜ਼ਾ ਜੇ ਆਪਾਂ ਕਹੀਏ। ਇੱਕ ਜਿਹੜਾ ਰੈਕਟੈਂਗਲ ਦਾ ਏਰੀਆ ਇਹ ਹੈ, ਸਰਕਲ ਦਾ πr², ਉਹਦਾ ਕੀ ਬਣਿਆ ਆਪਣਾ 0.78 0.78। ਟੋਟਲ ਏਰੀਆ ਕਿੰਨਾ ਹੈ 6 ਮੀਟਰ ਸਕੁਅਰ।
ਸਰਕਲ ਦਾ ਏਰੀਆ ਕਿੰਨਾ 0.78 ਮੀਟਰ ਸਕੁਅਰ, ਤਾਂ ਉਹਦੇ ਵਿੱਚ ਡਿੱਗਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ 0.78 ਡਿਵਾਈਡ ਬਾਈ 6। ਇਹ ਜ਼ਰੂਰ ਦੇਖਣਾ ਹੈ, ਇੱਕ ਵੱਡਾ ਏਰੀਆ ਹੋ ਸਕਦਾ, ਇੱਕ ਇੱਥੇ ਛੋਟਾ ਰੈਕਟੈਂਗਲ ਬਣਿਆ ਹੋਵੇ ਵੀ ਇਹ 6/6 ਹੈ, ਇਹ 2/2 ਹੈ, ਇਸ ਦੇ ਵਿੱਚ ਡਿੱਗਣ ਦੀ ਕੀ ਪ੍ਰੋਬੇਬਿਲਿਟੀ ਹੈ, ਟੋਟਲ ਏਰੀਆ ਕਿੰਨਾ ਹੈ 6 × 6 36, ਇਹਦਾ ਕਿੰਨਾ ਹੈ 2 × 2 4, ਯਾਨੀ ਕਿ 4/36 ਆਊਗਾ ਇਸ ਦਾ ਆਂਸਰ। ਠੀਕ ਹੈ ਨਾ, ਕੁਝ ਐਸੇ ਕੁਐਸਚਨਸ ਵੀ ਹੋ ਸਕਦੇ ਆ। ਕੁਝ ਕੁਐਸਚਨਸ ਐਸੇ ਵੀ ਹੈ ਜੋ ਤੁਹਾਡੀ ਬੁੱਕ ਦੇ ਵਿੱਚ ਹੈ, ਦੋ ਕਸਟਮਰਸ ਹੈ, ਠੀਕ ਹੈ, ਸ਼ਾਮ ਤੇ ਇੱਕ ਤਾਂ ਉਹ ਸ਼ਾਪਸ ਤੇ ਗਏ, ਪਾਰਟਿਕੂਲਰ ਇੱਕ ਸ਼ਾਪ ਤੇ ਗਏ ਹਫਤੇ ਦੇ ਵਿੱਚ ਟਿਊਜ਼ਡੇ ਤੋਂ ਲੈ ਕੇ ਸੈਚਰਡੇ ਦੇ ਵਿੱਚ, ਕੀ ਪ੍ਰੋਬੇਬਿਲਿਟੀ ਹੈ ਜਿਹੜੇ ਉਹ ਦੋਨੇ ਗਏ ਵੀ ਉਹ ਸੇਮ ਡੇ ਵੀ ਜਾ ਸਕਦੇ ਹੈ, ਅਲੱਗ-ਅਲੱਗ ਦਿਨ ਵੀ ਜਾ ਸਕਦੇ ਹੈ। ਠੀਕ ਹੈ, ਹੁਣ 5 ਸ਼ਾਪਸ 5 ਦਿਨ ਹੈ ਟੋਟਲ, ਠੀਕ ਹੈ, ਟੋਟਲ ਕੰਬੀਨੇਸ਼ਨ ਉਹ 5 ਤਰੀਕਿਆਂ ਨਾਲ ਜਾ ਸਕਦੇ ਆ, ਕਿਉਂਕਿ 2 ਜਣੇ ਹੈ ਤਾਂ ਟੋਟਲ 25 ਹੋ ਗਏ। ਜੇ ਉਹ ਸੇਮ ਡੇ ਕਦੋਂ ਜਾਣਗੇ, ਦੋਨੇ ਟਿਊਜ਼ਡੇ ਚਲ ਜਾਣ, ਵੈਡਨਸਡੇ, ਥਰਸਡੇ, ਫਰਾਈਡੇ, ਸੈਚਰਡੇ, ਇਹਦਾ ਮਤਲਬ ਉਹਦੀ ਪ੍ਰੋਬੇਬਿਲਿਟੀ ਕਿੰਨੀ ਹੋਗੀ 5/25, ਯਾਨੀ ਕਿ 1/5। ਕੰਜ਼ੈਕਟਿਵ ਡੇ ਮਤਲਬ ਨਾਲ ਨਾਲ, ਪਹਿਲਾ ਟਿਊਜ਼ਡੇ ਚਲ ਗਿਆ, ਦੂਜਾ ਵੈਡਨਸਡੇ, ਇਹ ਵੀ ਹੋ ਸਕਦਾ ਪਹਿਲਾ ਵੈਡਨਸਡੇ ਚਲ ਜੇ, ਦੂਜਾ ਟਿਊਜ਼ਡੇ। ਸਿਮਿਲਰਲੀ ਟਿਊਜ਼ਡੇ ਫਰਾਈਡੇ, ਫਰਾਈਡੇ ਸੈਚਰਡੇ, ਸੈਚਰਡੇ ਫਰਾਈਡੇ, ਫਰਾਈਡੇ ਥਰਸਡੇ, ਥਰਸਡੇ ਵੈਡਨਸਡੇ, ਇਹ ਟੋਟਲ ਕੰਬੀਨੇਸ਼ਨ 8 ਬਣਦੇ ਆ ਆਪਣੇ, ਤਾਂ ਪ੍ਰੋਬੇਬਿਲਿਟੀ ਕਿੰਨੀ ਹੋਗੀ 8/25। ਹੁਣ ਕਹਿੰਦਾ ਡਿਫਰੈਂਟ ਡੇਜ਼, ਸੇਮ ਡੇ ਤੇ ਨਾ ਜਾਣ, ਅਲੱਗ-ਅਲੱਗ ਜਾਣ। ਜੇ ਸੇਮ ਡੇ ਦੀ ਕਿੰਨੀ ਹੈ 1/5 ਹੈ, ਤਾਂ ਡਿਫਰੈਂਟ ਦੀ ਕਿੰਨੀ ਹੋਗੀ 1 - 1/5, ਯਾਨੀ ਕਿ ਕੀ ਹੋਗੀ 4/5। ਠੀਕ ਹੈ, ਐਸੇ ਕੁਐਸਚਨਸ ਵੀ ਇੰਪੋਰਟੈਂਟ ਹੁੰਦੇ ਆ। ਜੇ ਤੁਹਾਡੇ ਕੋਲ ਕੋਈ ਹੋਰ ਕੁਐਸਚਨ ਹੋਇਆ, ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ, ਚੈਟ ਦੇ ਵਿੱਚ ਜ਼ਰੂਰ ਲਿਖਿਓ ਕੁਐਸਚਨ ਵੀ ਤੇ ਉਹਦੇ ਆਪਸ਼ਨਸ ਵੀ ਤੇ ਉਹਦਾ ਆਨਸਰ ਵੀ, ਸੋ ਦੈਟ ਬਾਕੀ ਸਟੂਡੈਂਟਸ ਨੂੰ ਵੀ ਫਾਇਦਾ ਹੋ ਸਕੇ ਉਹਦੇ ਨਾਲ। ਥੈਂਕ ਯੂ ਜੀ। ਦੇ ਵਿੱਚ ਜੋ ਕੁਝ ਬੇਸਿਕ ਟਰਮਸ ਯੂਜ਼ ਹੁੰਦੀ ਆ, ਆਪਾਂ ਪਹਿਲਾਂ ਉਹ ਦੇਖ ਲਈਏ। ਇੱਕ ਤਾਂ ਜਿਹੜੀ ਟੋਟਲ ਪ੍ਰੋਬੇਬਿਲਿਟੀ ਹੈ ਉਹ ਹਮੇਸ਼ਾ 1 ਹੋਣੀ ਚਾਹੀਦੀ ਹੈ। ਮਤਲਬ ਜੇ ਆਪਾਂ ਕਹੀਏ ਇੱਕ ਚੀਜ਼ ਦੀ ਪ੍ਰੋਬੇਬਿਲਿਟੀ ਨਾ ਹੋਣ ਦੀ 1/2 ਹੈ, ਕਿਸੇ ਪ੍ਰੋਬੇਬਿਲਿਟੀ ਕਿਸੇ ਚੀਜ਼ ਦੀ ਨਾ ਹੋਣ ਦੀ 1/2 ਹੈ, ਤਾਂ ਉਹਦੀ ਹੋਣ ਦੀ ਵੀ 1/2 ਹੋਊਗੀ, ਕਿਉਂਕਿ ਟੋਟਲ ਸਾਡਾ ਕਿੰਨਾ ਬਣਨਾ ਚਾਹੀਦਾ 1। ਜੇ ਕਿਸੇ ਚੀਜ਼ ਦੀ ਨਾ ਹੋਣ ਦੀ ਪ੍ਰੋਬੇਬਿਲਿਟੀ ਜੇ ਆਪਾਂ ਕਹੀਏ 0.1 ਹੈ, ਪੁਆਇੰਟ 'ਚ ਵੀ ਹੋ ਸਕਦੀ ਹੈ, 0.3 ਹੈ, ਤਾਂ ਇਹਦਾ ਮਤਲਬ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੋਊਗੀ 0.7, ਕਿਉਂਕਿ ਟੋਟਲ 1 ਬਣੂਗਾ। ਕਦੀ ਕਦੀ ਇਹ ਪਰਸੈਂਟੇਜ 'ਚ ਵੀ ਹੁੰਦਾ, ਜੇ ਨਾ ਹੋਣ ਦੀ 30% ਹੈ, ਜਿਸ ਮੀਨਸ ਹੋਣ ਦੀ ਕਿੰਨੀ ਹੋਊਗੀ 70%। ਜੋ ਟੋਟਲ ਹੈ ਉਹ ਹਮੇਸ਼ਾ ਸਾਡਾ 1 ਬਣਨਾ ਜ਼ਰੂਰੀ ਹੈ। ਇਹਦੇ ਵਿੱਚ ਕੁਝ ਟਰਮਸ ਜਿਹੜੀਆਂ ਆਪਾਂ ਯੂਜ਼ ਹੁੰਦੀ, ਇੱਕ ਤਾਂ ਡਾਈਸ, ਜੋ ਆਪਾਂ ਲੂਡੋ ਖੇਲਦੇ ਹਾਂ, ਠੀਕ ਹੈ, ਉਸ ਦੇ ਲਈ ਡਾਈਸ, ਉਸ ਦੇ ਕਿੰਨੇ 6 ਨੰਬਰ ਹੁੰਦੇ ਆ, 1 2 3 4 5 6 ਤੱਕ ਉਹਦੇ ਨੰਬਰ ਹੁੰਦੇ ਆ। ਕਾਰਡ ਤਾਸ਼, ਇਹਦੇ ਵਿੱਚ ਕਿੰਨੇ ਹੁੰਦੇ, ਜੇ ਆਪਾਂ ਕਹੀਏ ਇਹ 52 ਪੱਤੇ ਹੁੰਦੇ ਆ, ਜਿਨ੍ਹਾਂ ਦੇ ਵਿੱਚ 1 ਤੋਂ ਲੈ ਕੇ 10 ਤੱਕ ਹੁੰਦੇ ਆ ਨੰਬਰ। ਇਹ ਕੀ ਹੁੰਦਾ ਆਪਣਾ ਜਿਹੜਾ ਯੱਕਾ ਹੁੰਦਾ, ਦੈਨ ਆਪਣਾ ਆ ਜਾਂਦਾ ਜੈਕ, ਦੈਨ ਕੁਈਨ, ਦੈਨ ਕਿੰਗ। ਇਹਨਾਂ ਨੂੰ ਫੇਸ ਕਾਰਡ ਵੀ ਕਹਿੰਦੇ ਆ, ਫੇਸ ਕਾਰਡ, ਕਿਉਂਕਿ ਇਹਨਾਂ ਦੀ ਸ਼ਕਲ ਬਣੀ ਹੁੰਦੀ ਹੈ ਨਾ, ਇਸ ਕਰਕੇ ਫੇਸ ਕਾਰਡ। ਜੇ ਆਪਾਂ ਟੋਟਲ ਫੇਸ ਕਾਰਡ ਕਹੀਏ ਕਿੰਨੇ ਹੋ ਗਏ ਆਪਣੇ ਕੋਲ, ਹਰੇਕ ਜਿਹੜਾ ਅੱਖਰ ਹੈ, ਨੰਬਰ ਹੈ, ਉਹਦੇ 4 ਪੱਤੇ ਹੁੰਦੇ ਆ, 2 ਕਾਲੇ ਤੇ 2 ਰੈੱਡ, ਠੀਕ ਹੈ, 2 ਬਲੈਕ ਤੇ 2 ਰੈੱਡ ਹੁੰਦੇ ਆ ਆਪਣੇ। ਤੇ ਜਿਹੜੇ ਆਪਣੇ ਇਹ ਹੈ ਟੋਟਲ ਪੱਤੇ 4 ਹੁੰਦੇ ਆ, ਦਿਸ ਮੀਨਸ ਫੇਸ ਕਾਰਡ ਟੋਟਲ ਕਿੰਨੇ ਹੋ ਗਏ 12 ਹੋ ਗਏ। ਐਵੇਂ ਦੀਆਂ ਕੁਝ ਟਰਮਸ ਸਾਨੂੰ ਪਤਾ ਹੋਣਾ ਚਾਹੀਦੀਆਂ। ਫਿਰ ਕੁਝ ਬਾਕਸ ਦੀ ਗੱਲ ਆ ਜਾਂਦੀ ਹੈ ਵੀ ਇੱਕ ਬਾਕਸ ਦੇ ਵਿੱਚ 4 ਬਲੂ ਬੋਲਾਂ ਆ, 3 ਰੈੱਡ ਬਾਲਸ ਹੈ, ਠੀਕ ਹੈ ਨਾ। ਇਸ ਦੇ ਵਿੱਚ ਐਸੇ ਕੁਐਸਚਨਸ ਹੋ ਸਕਦੇ ਆ। ਫਿਰ ਕੁਆਇਨ ਦਾ ਹੋ ਸਕਦਾ ਹੈ, ਹੈਡ ਹੈ, ਟੇਲ ਹੈ, ਇੱਕ ਕੁਆਇਨ ਦੇ ਵਿੱਚ ਹੈਡ ਹੁੰਦਾ ਜਾਂ ਟੇਲ ਹੁੰਦਾ, ਠੀਕ ਹੈ ਨਾ। ਦੇ ਸੀਰੀਜ਼ ਦੇ ਆ ਸਕਦੇ ਆ ਵੀ 1 ਤੋਂ ਲੈ ਕੇ 10 ਦੇ ਵਿੱਚ ਕਿੰਨੇ ਨੰਬਰ ਜਿਹੜੇ 4 ਤੇ ਡਿਵੀਜ਼ੀਬਲ ਹੈ। ਜੇ ਆਪਾਂ ਕਹੀਏ ਕਿੰਨੇ ਨੰਬਰ 4 ਤੇ ਡਿਵੀਜ਼ੀਬਲ ਹੈ 1 ਤੋਂ ਲੈ ਕੇ 10 ਤੱਕ, 1 ਤੋਂ ਲੈ ਕੇ 10 ਦੇ ਵਿੱਚ ਟੋਟਲ 2 ਨੰਬਰ ਡਿਵੀਜ਼ੀਬਲ ਹੈ, ਇੱਕ 4 ਤੇ ਇੱਕ 8, ਤਾਂ ਪ੍ਰੋਬੇਬਿਲਿਟੀ ਕਿੰਨੀ ਹੋਗੀ 2/10। ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ ਹਾਂ। ਇੱਕ ਗੱਲ ਧਿਆਨ ਦੇਖਿਓ, ਕਦੀ ਕਦੀ ਐਵੇਂ ਹੁੰਦਾ ਜਿਵੇਂ 2/52 ਪ੍ਰੋਬੇਬਿਲਿਟੀ ਹੈ, ਇਹਨਾਂ ਨੂੰ 1/26 ਵੀ ਲਿਖੀ ਹੋ ਸਕਦੀ ਹੈ, ਮਤਲਬ ਕੱਟ ਵੀ ਸਕਦੇ ਹਾਂ ਆਪਾਂ ਇਸ ਨੂੰ, ਠੀਕ ਹੈ ਨਾ। ਇਹ 2/52 ਜਾਂ 1/26 ਦੋਨੇ ਕੀ ਹੈ, ਸੇਮ ਚੀਜ਼ ਹੀ ਹੈ।